ਗੁਰੂ ਸਾਹਿਬ ਜੀ ਕਹਿੰਦੇ ਭਾਣਾ ਮੰਨਣਾ ਚਾਹੀਦਾ ਹੈ। ਭਾਣੇ ਵਿੱਚ ਹੁਕਮ ਵਿੱਚ ਹੀ ਸਭ ਕੁਝ ਆਉਂਦਾ, ਦੁੱਖ ਗਰੀਬੀ ਤੰਗੀ ਮੁਸ਼ਕਲ ਜੋ ਵੀ ਭਾਣੇ ਦੇ ਵਿੱਚ ਵਾਪਰਦੇ ਨੇ, ਇਹ ਸਾਨੂੰ ਉਹਦੀ ਰਜਾ ਵਿੱਚ ਚੱਲਣਾ ਚਾਹੀਦਾ। ਅਸੀਂ ਕਹਿੰਦੇ ਹਾਂ ਵੀ ਉਹਦੇ ਭਾਣੇ ਦੇ ਵਿੱਚ ਤਾਂ ਅਸੀਂ ਤੰਦਰੁਸਤ ਹਾਂ, ਚੜ੍ਹਦੀ ਕਲਾ ਗੁਰੂ ਸਾਹਿਬ ਦੀ। ਇਹ ਦੁੱਖ ਵੀ ਲਾਏ ਸਾਡੇ ਭਲੇ ਵਾਸਤੇ ਆ। ਉਹਨਾਂ ਨੇ ਬੜੀ ਮਹਿੰਗੀਆਂ 18 ਬਲਕਿ 1000 ਦੀਆਂ ਦਵਾਈਆਂ ਦੱਸੀਆਂ, ਸਾਡੇ ਕੋਲ ਲਈਆਂ ਨਾ ਜਾਣੀਆਂ ਸੀ। ਐਵੇਂ ਇੱਕ ਅੱਧੀ ਵਾਰੀ ਬਲਕਿ ਵੀ ਉਹਨਾਂ ਕੋਲ ਕਿਸੇ ਮਰੀਜ਼ ਕੋਲ ਲੈ ਕੇ ਥੋੜ੍ਹੀ ਬਹੁਤੀ ਦੇਖ ਦੂ ਕੇ ਵੇਖਿਆ, ਪਰ ਵੀਰ ਜੀ ਕਈਆਂ ਨੇ ਵਿਚਾਰਿਆਂ ਨੇ ਸੇਵਾਵਾਂ ਵੀ ਕੀਤੀਆਂ ਵਾ, ਪਰ ਉਹ ਦਵਾਈ ਜਿਹੜੀ ਇਹਨੂੰ ਅਸਰ ਨਹੀਂ, ਜਾਣੀ ਕਿ ਕਹਿ ਦਿਓ ਵੀ ਫਰਕ ਨਹੀਂ ਚੰਗੀ ਤਰ੍ਹਾਂ ਪੈਂਦਾ ਰਿਹਾ। ਇੱਕ ਦਿਨ ਅਸੀਂ ਗੁਰਦੁਆਰਾ ਸਾਹਿਬ ਵਿੱਚ ਗਏ ਅਤੇ ਮੈਨੂੰ ਪਾਠ ਕਰਦੇ ਨੂੰ ਤਕਰੀਬਨ ਵੀ 21 ਦਿਨ ਹੋ ਗਏ ਸੀਗੇ। ਅਤੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਅਤੇ ਉਸ ਤੋਂ ਬਾਅਦ ਮੈਂ ਉੱਥੇ ਜਾ ਕੇ ਪਤਾ ਨਹੀਂ ਮੇਰੇ ਮਨ ਨੂੰ ਕੀ ਹੋਇਆ, ਮੈਂ ਨਮਸਕਾਰ ਵੀ ਨਹੀਂ ਕੀਤੀ ਹੈਗੀ ਗੁਰੂ ਸਾਹਿਬ ਨੂੰ। ਮੇਰੇ ਮਨ ਦੇ ਵਿੱਚ ਆਇਆ ਵੀ ਇਹਨਾਂ ਨੇ ਮੇਰੇ ਸਿੰਘ ਸਾਹਿਬ ਮੈਨੂੰ ਕਹਿੰਦੇ ਤੂੰ ਨਮਸਕਾਰ ਕਰ ਲੈ। ਮੈਂ ਅੱਜ ਨਮਸਕਾਰ ਵੀ ਨਹੀਂ ਕਰਨੀ ਹੈਗੀ ਗੁਰੂ ਸਾਹਿਬ ਨੂੰ। ਮੈਂ ਕਿਹਾ ਗੁਰੂ ਸਾਹਿਬ ਨੂੰ ਇੰਨਾ ਨਹੀਂ ਪਤਾ ਵੀ ਸਾਡੇ ਕੋਲ ਕੋਈ ਪੈਸਾ ਵੀ ਨਹੀਂ, ਵੀ ਅਸੀਂ ਆਪਣੇ ਬੱਚੇ ਦਾ ਇਲਾਜ ਕਿੱਥੋਂ ਕਰਾਵਾਂਗੇ। ਲੋਕਾਂ ਦਾ ਕਹਿਣਾ ਵੀ ਪਾਠੀ ਸਿੰਘ ਜਿਹੜੇ ਨੇ ਉਹ ਬਹੁਤ ਵਧੀਆ ਰੋਟੀ ਖਾਂਦੇ ਨੇ, ਬਹੁਤ ਵਧੀਆ ਕਰਦੇ ਹਾਲਾਤ ਨੇ। ਉਹ ਤੁਹਾਡੇ ਹਾਲਾਤ ਜਿਹੜੇ ਵੇਖਿਆ ਸੀ ਇਹ ਬਦ ਤੋਂ ਬੱਤਰ ਨੇ, ਗਰੀਬੀ ਬਹੁਤ ਜ਼ਿਆਦਾ ਵਾ। ਖਾਂਦੇ ਹੁੰਦੇ ਸੀ, ਪਰ ਹੁਣ ਕੋਈ ਸਮਾਂ ਆਦਰਾਂ ਦਾ ਆ ਗਿਆ ਵਾ ਕਿ ਪਾਠੀ ਸਿੰਘਾਂ ਦਾ ਵੀ ਕਿਰਦਾਰ ਖਰਾਬ ਹੋ ਗਿਆ ਵਾ। ਇਸ ਤਰ੍ਹਾਂ ਕਿ ਮੈਂ ਕਈ ਵਾਰ ਹਲਵਾਈਆਂ ਨਾਲ ਦਿਹਾੜੀ ਲਾ ਆਉਂਦਾ ਹੁੰਦਾ ਹਾਂ ਅਤੇ ਮਿਸਤਰੀ ਵਾਲੀ ਵੀ ਲਾ ਆਉਂਦਾ ਹੁੰਦਾ ਹਾਂ। ਇਹ ਦੋਨੇ ਕੰਮ ਜਿਹੜੇ ਲੋਕਡਾਊਨ ਦੇ ਵਿੱਚ ਖਤਮ ਹੋ ਗਏ ਸੀ। ਪਿਤਾ ਜੀ ਰਿਕਸ਼ਾ ਚਲਾਉਂਦੇ, ਉਹ ਆਪਣਾ ਵਿਚਾਰੇ ਬੜਾ ਮੋਟਾ ਜਿਹਾ ਦਾਲ ਫੁਲਕਾ ਖਾਂਦੇ। ਅਸੀਂ ਉਹ 60-75 ਸਾਲ ਉਹਨਾਂ ਦੀ ਉਮਰ ਆ, 80 ਸਾਲ ਉਹ ਚਲਾਉਣ ਦੇ ਲਾਇਕ ਤਾਂ ਨਹੀਂ, ਪਰ ਉਹਨਾਂ ਦੀ ਵੀ ਅਸੀਂ ਸੇਵਾ ਤੋਂ ਬਲਕਿ ਕੀ ਕਰਨੀ ਆ। ਉਹ ਵਿਚਾਰੇ ਆਪਣਾ ਵੀ ਗੁਰੂ ਘਰ ਚੋਂ ਪ੍ਰਸ਼ਾਦਾ ਛਕਦੇ ਕਈ ਵੇਲੇ। ਅਰਦਾਸ ਕਰਦੇ ਤਾਂ ਜ਼ਰੂਰ ਆ, ਮਤਲਬ ਕਿ ਕਈ ਵਾਰ ਨਾ ਥੋੜ੍ਹਾ ਟਾਈਮ ਲੱਗ ਜਾਂਦਾ ਵਾ ਉਸ ਨੂੰ ਪੂਰੀ ਹੋਣ 'ਚ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਅੱਜ ਤੁਹਾਨੂੰ ਅਜਿਹੀ ਖਬਰ ਦਿਖਾਉਣ ਜਾ ਰਹੇ ਹਾਂ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਜਿਹੜੇ ਪਾਠੀ ਸਿੰਘ ਨੇ ਉਹ ਬਹੁਤ ਸੋਹਣੀ ਰੋਟੀ ਖਾਂਦੇ ਨੇ, ਬੜਾ ਵਧੀਆ ਆਪਣੇ ਘਰ 'ਚ ਜਿਹੜਾ ਗੁਜ਼ਾਰਾ ਕਰਦੇ ਨੇ, ਉਹ ਮੇਰੀ ਇਹ ਖਬਰ ਨੂੰ ਜ਼ਰੂਰ ਦੇਖ ਲੈਣ। ਕਿਉਂਕਿ ਅਸੀਂ ਅੱਜ ਪਹੁੰਚੇ ਹਾਂ ਕੱਥੂ ਨੰਗਲ ਦਾ ਜਿਹੜਾ ਕਿ ਸੁਖਿੰਦਰ ਸਿੰਘ ਨਾਂ ਦਾ ਜਿਹੜਾ ਪਾਠੀ ਆ, ਜਿਹੜਾ ਕਿ ਕਾਫੀ ਸਾਲਾਂ ਤੋਂ ਜਿਹੜਾ ਪਾਠੀ ਦੀ ਜਿਹੜੀ ਸੇਵਾ ਕਰ ਰਿਹਾ ਵਾ। ਪਰ ਹਾਲਾਤ ਇਸ ਤਰ੍ਹਾਂ ਦੇ ਕਰਦੇ ਨੇ, ਕਹਿ ਸਕਦੇ ਵੀ ਬਦ ਤੋਂ ਬੱਤਰ ਨੇ। ਗਰੀਬੀ ਇੰਨੀ ਇਸ ਘਰ ਦੇ ਵਿੱਚ ਹੈਗੀ ਆ ਕਿ ਕਹਿਣ ਦੀ ਗੱਲ ਨਹੀਂ। ਅਤੇ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਦਿਖਾਈਆਂ ਅਸੀਂ ਇਸ ਘਰ ਦੀਆਂ, ਕਿਸ ਤਰ੍ਹਾਂ ਜਿਹੜੇ ਹਾਲਾਤ ਨੇ, ਕਿਸ ਤਰ੍ਹਾਂ ਜਿਹੜੇ ਬਾਲਿਆਂ ਦੀ ਛੱਤ ਨੇ ਅਤੇ ਬਾਲੇ ਜਿਹੜੇ ਥਾਂ ਟੁੱਟੇ ਹੋਏ ਨੇ। ਅਤੇ ਗੱਲਬਾਤ ਕਰ ਲੈਣੇ, ਸਾਡਾ ਸੁਖਿੰਦਰ ਸਿੰਘ ਪਾਠੀ ਸਾਡੇ ਨਾਲ ਆ, ਉਹਨਾਂ ਨਾਲ ਗੱਲਬਾਤ ਕਰ ਦਿੰਦੇ ਹਾਂ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਇਹ ਦੱਸੋ, ਵਾਹਿਗੁਰੂ ਖਾਲਸਾ ਅਸੀਂ ਵਾਹਿਗੁਰੂ ਫਤਿਹ। ਸੁਖਿੰਦਰ ਜੀ, ਇਹ ਦੱਸੋ ਵੀ ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਠੀ ਸੇਵਾ ਕਰਦੇ ਨੂੰ, ਅਤੇ ਹਾਲਾਤ ਜਿਹੜੇ ਘਰ ਦੇ ਨੇ ਕਿਸ ਤਰ੍ਹਾਂ ਇੰਨੀ ਜਿਹੜੀ ਗਰੀਬੀ ਕਿਸ ਤਰ੍ਹਾਂ ਆ ਗਈ ਹੈ? ਇਹ ਇਸ ਤਰ੍ਹਾਂ ਹੀ ਵਾਹਿਗੁਰੂ ਜੀ, ਅਸੀਂ ਪਹਿਲੋਂ ਨਾ ਪਾਠ ਇੱਥੇ ਲਾਗੇ ਗ੍ਰੰਥੀ ਡਿਊਟੀ ਕੀਤੀ ਸੀ। ਉਹ ਕੁਛ ਛੱਡਣੀ ਪਈ ਕੁਛ ਹਾਲਾਤ ਕਰਕੇ, ਉਹ ਬੇਟੀ ਵੀ ਨਹੀਂ ਠੀਕ ਠੂਕ ਜੀ, ਅਤੇ ਬਹੁਤ ਜ਼ਿਆਦਾ ਤੰਗੀ ਆ ਜਾਂਦੀ ਹੈ ਹਸਪਤਾਲ ਦੇ ਵਿੱਚ ਜਾਣ ਦਾ, ਉੱਥੇ ਰਹਿਣ ਦੇ ਕਾਰਨ ਕਰਕੇ। ਫਿਰ ਇੱਦਾਂ ਚੱਲ ਫਿਰ ਕੇ ਥੋੜ੍ਹਾ ਕਰੀਦੀ ਸੀ, ਅਤੇ ਉਹ ਵੀ ਕੰਮ ਖਰਾਬ ਹੋ ਗਿਆ। ਅਤੇ ਉਸ ਤੋਂ ਪਹਿਲਾਂ ਅਸੀਂ ਕੁਝ ਵਿੱਚ ਦਿਹਾੜੀਆਂ ਵੀ ਲਾਈ ਦੀਆਂ ਜਿੱਦਾਂ ਹਲਵਾਈਆਂ ਨਾਲ ਜਾਂ ਮਿਸਤਰੀਆਂ ਨਾਲ, ਜਿੱਥੇ ਵੀ ਜੋ ਵੀ ਕੰਮ ਮਿਲੇ ਆਪਾਂ ਛੱਡਦੇ ਨਹੀਂ ਹਾਂ। ਕਿਉਂਕਿ ਲਗਾਤਾਰ ਕੋਈ ਵੀ ਕੰਮ ਜਿਹੜਾ ਸਾਡਾ ਜਿਹੜਾ ਨਾ ਚੱਲਦਾ ਨਹੀਂ ਹੈ ਕਿ ਉਹ ਬੱਚੀ ਕਦੀ ਬਿਮਾਰ ਹੋ ਗਈ, ਕਦੀ ਉਹ ਵਾਲੀ ਘਰ ਵਾਲੀ ਦਾ ਵੀ ਇਲਾਜ ਚੱਲਦਾ ਸੀ। ਮੈਨੂੰ ਇਹ ਦੱਸੋ ਵੀ ਤੁਸੀਂ ਜਿਹੜੀ ਪਾਠੀ ਸੇਵਾ ਕੀਤੀ ਆ, ਕਿੰਨੇ ਸਾਲ ਸੇਵਾ ਕੀਤੀ ਹੈ ਅਤੇ ਕਿਹੜੇ ਗੁਰਦੁਆਰੇ ਕੀਤੀ ਅਤੇ ਕਿੰਨੀ ਤਨਖਾਹ 'ਤੇ ਕੀਤੀ ਜਾਂ ਕਿ ਦਿਹਾੜੀ 'ਤੇ ਕਿਸ ਤਰ੍ਹਾਂ ਕੀਤੀ ਆ? ਕੋਈ ਵੀ ਤਨਖਾਹ ਨਹੀਂ ਹੁੰਦੀ ਜੀ ਗ੍ਰੰਥੀ ਪਾਠੀ ਸਿੰਘਾਂ ਦੀ। ਸਿਰਫ ਇੱਦਾਂ ਹੀ ਆ ਵੀ ਪਿੰਡ ਵਾਲੇ ਕਹਿ ਦਿੰਦੇ ਵੀ ਦੁੱਧ ਮੰਗ ਲਓ ਥੋੜ੍ਹਾ ਬਹੁਤਾ, ਅਤੇ ਬਾਕੀ ਜੋ ਚੜਾਵਾ ਥੋੜ੍ਹਾ ਬਹੁਤਾ ਹੋ ਜਾਵੇ ਤੁਹਾਡਾ, ਜਾਂ ਕੋਈ ਪਾਠ ਆ ਜਾਵੇ ਕਦੀ ਕਦਾ ਹੀ ਆਉਂਦਾ। ਉਹ ਵੀ ਅੱਜ ਕੱਲ੍ਹ ਈਰਖਾ ਵਾ, ਦੋ ਮਤਲਬ ਕਿ ਵੀ ਲੋਕ ਜਿਹੜੇ ਪਾਟੇ ਨੇ ਪਾਰਟੀਆਂ ਬਾਜ਼ੀਆਂ ਕਰਕੇ, ਅਤੇ ਮਤਲਬ ਕਿ ਵੀ ਨਹੀਂ ਥੋੜ੍ਹੀ ਕੀਤੀ ਸਾਡੀ ਕੋਈ ਗੁਜ਼ਾਰਾ ਨਹੀਂ ਹੈ, ਬੜੀ ਮੁਸ਼ਕਿਲ ਉੱਥੇ ਵੀ ਛੱਡ ਕੇ ਆਏ ਡਿਊਟੀ। ਇਹ ਸਜਾਦੇ ਸਾਹਿਬ ਡਿਊਟੀ ਕੀਤੀ ਇੱਕ ਅਸੀਂ, ਅਤੇ ਇੱਕ ਅਸੀਂ ਡਿਊਟੀ ਕੀਤੀ ਸੀ ਵਾਹਿਗੁਰੂ ਜੀ ਆਪਣਾ ਇਹ ਇੱਧਰਲੇ ਪਾਸੇ ਬਟਾਲੇ ਵੱਡ ਵੱਲ ਆ, ਕੋਈ ਗੁਰਦੁਆਰਾ ਸਾਹਿਬ ਉੱਥੇ ਰੋਡ ਦੇ ਉੱਤੇ ਆ, ਉਹਨਾਂ ਦੇ ਉੱਥੇ ਕੀਤੀ ਥੋੜ੍ਹਾ ਜਿਹਾ ਚਿਰ ਡਿਊਟੀ।
ਫਿਰ ਗੁੜੀਆ ਠੀਕ ਨਹੀਂ, ਇਸ ਕਰਕੇ ਮੈਨੂੰ ਛੱਡਣੀ ਪੈਂਦੀ ਸੀ। ਇਸ ਲੋਕਾਂ ਦਾ ਕਹਿਣਾ ਵੀ ਪਾਠੀ ਸਿੰਘ ਜਿਹੜੇ ਨੇ ਉਹ ਬਹੁਤ ਵਧੀਆ ਰੋਟੀ ਖਾਂਦੇ ਨੇ, ਬਹੁਤ ਵਧੀਆ ਕਰਦੇ ਹਾਲਾਤ ਨੇ। ਉਹ ਤੁਹਾਡੇ ਹਾਲਾਤ ਜਿਹੜੇ ਵੇਖਿਆ ਸੀ ਇਹ ਬਦ ਤੋਂ ਬੱਤਰ ਨੇ, ਗਰੀਬੀ ਬਹੁਤ ਜ਼ਿਆਦਾ ਵਾ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਕਹਿੰਦੇ ਨੇ ਵੀ ਪਾਠੀ ਸਿੰਘ ਰੋਟੀ ਬਹੁਤ ਵਧੀਆ ਖਾਂਦੇ ਨੇ? ਗੁਰਮੁਖ ਪਿਆਰੇ, ਪਾਠੀ ਸਿੰਘ ਖਾਂਦੇ ਹੁੰਦੇ ਸੀ, ਪਰ ਹੁਣ ਕੋਈ ਸਮਾਂ ਆਦਰਾਂ ਦਾ ਆ ਗਿਆ ਵਾ ਕਿ ਪਾਠੀ ਸਿੰਘਾਂ ਦਾ ਵੀ ਕਿਰਦਾਰ ਖਰਾਬ ਹੋ ਗਿਆ ਵਾ, ਤੇ ਕੁਝ ਲੋਕ ਵੀ ਇਸ ਤਰ੍ਹਾਂ ਦੇ ਹੋ ਗਏ। ਕੁਝ ਪਾਠੀ ਸਿੰਘਾਂ ਦੇ ਵਿੱਚ ਵੀ ਕਾਮੀਆਂ ਹੈਗੀਆਂ, ਖਾਮੀਆਂ, ਤੇ ਕੁਝ ਮਤਲਬ ਕਿ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਪਾਠੀ ਸਿੰਘ ਬਹੁਤ ਵਧੀਆ ਰੋਟੀ ਖਾਂਦੇ ਆ, ਮੈਨੇ ਕਹਿੰਦਾ ਮੁਸ਼ਕਲ ਹੀ ਆ ਵੀ, ਕਿਉਂਕਿ ਹਰ ਇੱਕ ਹੋਰ ਵੀ ਪਾਠੀ ਬਹੁਤ ਸਾਰੇ ਮਿਲ ਜਾਂਦੇ ਨੇ ਜਿਨ੍ਹਾਂ ਦਾ ਸਾਨੂੰ ਵੀ ਪਤਾ ਵਾ ਵੀ ਉਹ ਵਿਚਾਰਿਆਂ ਕੋਲ ਕੱਪੜੇ ਪਾਉਣ ਨੂੰ ਵੀ ਨਹੀਂ ਇੰਨੇ ਵਧੀਆ ਹੁੰਦੇ, ਤੇ ਘਰ ਦੇ ਵਿੱਚ ਪੈਸੇ ਵੀ ਨਹੀਂ ਹੁੰਦੇ, ਨਾ ਕੋਈ ਨਲਕਾ, ਕੋਈ ਬੰਬੀ ਟੂਟੀ ਲਵਾਉਣ ਜੋਗਾ, ਜਾਂ ਘਰ ਵਿੱਚ ਬੱਚਿਆਂ ਨੂੰ ਦਵਾਈ ਦਾਰੂ ਲੈਣ ਜੋਗਾ। ਇਸ ਤਰ੍ਹਾਂ ਹੀ ਮੇਰੇ ਕੋਲ ਵੀ ਕਾਫੀ ਤੰਗੀ ਆ ਜਾਂਦੀ ਰਹੀ ਹੈ ਕਿ ਬੇਟੀ ਬਿਮਾਰ ਹੋ ਜਾਂਦੀ, ਹਸਪਤਾਲਾਂ 'ਚ ਹਜ਼ਾਰਾਂ ਰੁਪਈਆ ਬਹੁਤ ਲੱਗਦਾ, ਭਾਵੇਂ ਕਿਸੇ ਵਿੱਚ ਸਰਕਾਰੀ ਚਲ ਜਾਈਏ, ਪ੍ਰਾਈਵੇਟ ਚਲ ਜਾਈਏ, ਬਹੁਤ ਹੀ ਜ਼ਿਆਦਾ ਯਾਨੀ ਕਿ ਲੋਟੀ ਆ। ਤੇ ਇਸ ਕਰਕੇ ਅਸੀਂ ਆਪਣੇ ਜੋ ਸਾਨੂੰ ਤਿਲ ਫੁੱਲ ਅਸੀਂ ਉੱਤੇ ਲਾ ਕੇ ਬੱਚੇ ਤੇ ਕੁਛ ਫੜਾ ਕੇ ਵੀ ਲਾ ਕੇ ਵੀ ਤਾਂ ਵੀ ਅਸੀਂ ਮਤਲਬ ਕਿ ਵੀ ਰੋਟੀ ਗੁਰਦੁਆਰੇ ਸਾਹਿਬ ਖਾ ਕੇ ਕਈ ਵੇਲੇ, ਤੇ ਜਾਂ ਅਸੀਂ ਘਰ ਵਿੱਚ ਮਾੜਾ ਮੋਟਾ ਗਰੀਬੀ ਦਾ ਵਜ੍ਹਾ ਆਪਣਾ ਟਾਈਮ ਪਾਸ ਕਰ ਰਹੇ ਹਾਂ। ਮੈਨੂੰ ਇਹ ਸੁਖਵਿੰਦਰ ਸਿੰਘ ਜੀ, ਤੁਸੀਂ ਜਿਹੜਾ ਵਾ ਅਸੀਂ ਦੇਖਿਆ ਵੀ ਜਿਸ ਤਰ੍ਹਾਂ ਦੇ ਹਾਲਾਤ ਨੇ, ਠੀਕ ਹੈ, ਤੇ ਲੋਕਡਾਊਨ ਦੇ ਦੌਰਾਨ ਵੀ ਹਾਲਾਤ ਕਾਫੀ ਮਾੜੇ ਰਹੇ ਨੇ, ਤੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਰਿਹਾ ਵਾ? ਤੁਸੀਂ ਪਾਠੀ ਸਿੰਘ ਦੇ ਨਾਲ ਹੋਰ ਕਿਹੜਾ ਕੰਮ ਕੀਤਾ ਵਾ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ? ਇਹ ਵਾਹਿਗੁਰੂ ਜੀ, ਇਸ ਤਰ੍ਹਾਂ ਕਿ ਮੈਂ ਕਈ ਵੇਲੇ ਹਲਵਾਈਆਂ ਨਾਲ ਦਿਹਾੜੀ ਲਾ ਆਉਂਦਾ ਹੁੰਦਾ ਹਾਂ, ਤੇ ਮਿਸਤਰੀ ਵਾਲੀ ਵੀ ਲਾ ਆਉਂਦਾ ਹੁੰਦਾ ਹਾਂ। ਇਹ ਦੋਨੇ ਕੰਮ ਜਿਹੜੇ ਲੋਕਡਾਊਨ ਦੇ ਵਿੱਚ ਖਤਮ ਹੋ ਗਏ ਸੀ। ਤੁਹਾਨੂੰ ਪਤਾ ਪਾਠ ਦੇ ਵੀ ਸਾਰੇ ਮੰਦੇ ਪੈ ਗਏ ਸੀ, ਤੇ ਇੱਥੇ ਕਈ ਵੇਲੇ ਅਸੀਂ ਗੁਰੂ ਘਰ 'ਚ ਪ੍ਰਸ਼ਾਦਾ ਛਕ ਕੇ ਤੇ ਬਸ ਇਹ ਬੱਚੀ ਵਾਸਤੇ ਤਿਲ ਫੁੱਲ ਥੋੜ੍ਹਾ ਬਹੁਤਾ ਮਿਲ ਕੇ ਸੱਜਣਾ ਮਿੱਤਰਾਂ ਕੋਲ ਲੈ ਕੇ ਤੇ ਆਪਣੇ ਆਂਢੀ ਗੁਆਂਢੀਆਂ ਕੋਲ ਤੋਂ ਸਾਰ ਲਈਦਾ। ਕਈ ਵੇਲੇ ਵੀ ਨਹੀਂ ਸਰਦਾ, ਤੇ ਵਿਚਾਰੀ ਬੇਟੀ ਵਾਸਤੇ ਧਾਰ ਧੂਰ ਦੁੱਧ ਲਵਾਏ, ਇੱਦਾਂ ਕੋਈ ਮਾੜਾ ਮੋਟਾ ਚੱਲੀ ਜਾਂਦਾ ਸੀ। ਬਾਕੀ ਕੰਮ ਘਰ ਨਹੀਂ ਸਾਡੇ ਕੋਲ ਕੋਈ ਵੀ ਹੈਗਾ ਸੀ। ਅਸੀਂ ਫਿਰ ਵੀ ਚਲੋ ਕੀ ਕਹਿੰਦੇ ਹੁੰਦੇ ਵੀ ਪਰਮਾਤਮਾ ਦਾ ਸਿਮਰਨ ਪਾਠ ਕਰਦੇ ਹਾਂ, ਉਹਦੇ ਆਸਰੇ ਤੇ ਅਸੀਂ ਆਪਣਾ ਦਿਨ ਪਾਸ ਕਰਨੇ। ਸੁਖਵਿੰਦਰ ਜੀ, ਕਦੀ ਮਨ 'ਚ ਵਿਚਾਰ ਨਹੀਂ ਆਉਂਦਾ, ਕਿਉਂਕਿ ਤੁਸੀਂ ਖੁਦ ਪਾਠੀ ਸਿੰਘ ਜੇ, ਲੋਕਾਂ ਦੀ ਅਰਦਾਸ ਕਰਦੇ ਜੇ, ਭਲੇ ਦੀ ਅਰਦਾਸ ਕਰਦੇ ਜੇ, ਪਰ ਆਪ ਦੇ ਘਰ ਇੰਨੀ ਗਰੀਬੀ ਆ ਜਾਂ ਇੰਨਾ ਕਿਤੇ ਰੱਬ ਨਾਲ, ਕਿਤੇ ਪ੍ਰਮਾਤਮਾ ਨਾਲ ਕਿਤੇ ਨਾਰਾਜ਼ਗੀ ਨਹੀਂ ਹੁੰਦੀ ਸਭ ਸੱਚੇ ਪਾਤਸ਼ਾਹ ਨਹੀਂ, ਬਿਲਕੁਲ ਨਹੀਂ। ਜੇ ਉਹਦਾ ਭਾਣਾ ਵਾ, ਹੁਕਮ ਆ, ਗੁਰੂ ਸਾਹਿਬ ਜੀ ਕਹਿੰਦੇ ਭਾਣਾ ਮੰਨਣਾ ਚਾਹੀਦਾ ਹੈ। ਭਾਣੇ ਵਿੱਚ, ਹੁਕਮ ਵਿੱਚ ਹੀ ਸਭ ਕੁਝ ਆਉਂਦਾ। ਦੁੱਖ, ਗਰੀਬੀ, ਤੰਗੀ, ਮੁਸ਼ਕਲ ਜੋ ਵੀ ਭਾਣੇ ਦੇ ਵਿੱਚ ਵਾਪਰਦੇ ਨੇ, ਇਹ ਸਾਨੂੰ ਉਹਦੀ ਰਜਾ ਵਿੱਚ ਚੱਲਣਾ ਚਾਹੀਦਾ। ਅਸੀਂ ਕਹਿੰਦੇ ਆ ਵੀ ਉਹਦੇ ਭਾਣੇ ਦੇ ਵਿੱਚ ਤਾਂ ਅਸੀਂ ਤੰਦਰੁਸਤ ਹਾਂ, ਚੜ੍ਹਦੀ ਕਲਾ ਗੁਰੂ ਸਾਹਿਬ ਦੀ। ਇਹ ਦੁੱਖ ਵੀ ਲਾਏ ਸਾਡੇ ਭਲੇ ਵਾਸਤੇ ਆ, ਜੇ ਗਰੀਬੀ ਆਈ ਉਹ ਵੀ ਸਾਡੇ ਭਲੇ ਵਾਸਤੇ ਆ। ਕੀ ਪਤਾ ਇਹਦੇ ਵਿੱਚ ਅਸੀਂ ਸਿਮਰਨ ਪਾਠ ਕਰ ਰਹੇ ਹਾਂ, ਪਰਿਵਾਰ ਸਾਰਾ ਰਲ ਕੇ ਮੂਲ ਮੰਤਰ, ਗੁਰਮੰਤਰ, ਜੇ ਅਸੀਂ ਨਿਤਨੇਮ ਕਰਦੇ ਹਾਂ, ਗੁਰੂ ਸਾਹਿਬ ਆਪ ਹੀ ਕਰਵਾ ਰਿਹਾ ਵਾ, ਅਸੀਂ ਕਰਨ ਦੇ ਲਾਇਕ ਤਾਂ ਹੈ ਨਹੀਂ ਹੈ। ਪਰ ਅਸੀਂ ਫਿਰ ਵੀ ਸੰਗਤਾਂ ਦਾ, ਗੁਰਮੁਖਾਂ ਦਾ, ਲੋਕਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੂੰ ਇਹਨਾਂ ਪਾਠੀ ਸਿੰਘਾਂ 'ਤੇ ਜਾਂ ਗੁਰਮੁਖਾਂ 'ਤੇ ਤਰਸ ਆ ਰਿਹਾ ਵਾ, ਤੇ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੂੰ ਡਾਇਰੈਕਟ ਮਿਲਿਆ ਜਾਵੇ ਜਾਂ ਉਹਨਾਂ ਦਾ ਖੁਦ ਜਾ ਕੇ ਪਤਾ ਲਿਆ ਜਾਵੇ, ਤੇ ਬਹੁਤ ਹੀ ਬਿਹਤਰ ਆ। ਜੇਕਰ ਵੀਰ ਕੋਈ ਜਿਨ੍ਹਾਂ 'ਤੇ ਭਰੋਸੇਯੋਗ ਆ, ਉਹ ਵੀ ਬਹੁਤ ਵਧੀਆ ਸੰਸਥਾਵਾਂ ਸੇਵਾਵਾਂ ਕਰ ਰਹੀਆਂ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸੁਖਵਿੰਦਰ ਜੀ, ਇਹ ਦੱਸੋ, ਕਹਿ ਸਕਦੇ ਘਰ 'ਚ ਗਰੀਬੀ ਤਾਂ ਕੱਟੀ ਜਾ ਸਕਦੀ ਆ, ਪਰ ਜਦੋਂ ਬਿਮਾਰੀ ਘਰ 'ਚ ਆ ਜਾਏ ਤੇ ਫਿਰ ਕਹਿੰਦੇ ਘਰ ਦੇ ਜਿਹੜੇ ਆ ਧੋ ਦਿੱਤੇ ਜਾਂਦੇ ਨੇ, ਕਿਉਂਕਿ ਅਸੀਂ ਦੇਖਿਆ ਬੱਚੀ ਤੁਹਾਡੀ ਬਹੁਤ ਛੋਟੀ ਪਰਮਜੀਤ ਆ, ਉਹ ਕਿੰਨੀ ਸਾਲ ਦੀ ਉਮਰ ਸੀ ਜਿਹੜੀ ਉਹ ਠੀਕ ਨਹੀਂ ਸੀ, ਅਸੀਂ ਦੇਖਿਆ ਥੋੜੀ ਦਿਮਾਗੀ ਹਾਲਤ ਠੀਕ ਨਹੀਂ ਆ, ਕੀ ਉਹਨੂੰ ਹੋਇਆ ਥੋੜ੍ਹਾ ਦੱਸੋ ਸਾਡੇ ਦਰਸ਼ਕਾਂ ਨੂੰ ਜਰਾ। ਭਾਈ ਸਾਹਿਬ ਜੀ, ਇਹ ਬੱਚੀ ਨੂੰ ਨਾ ਦਿਮਾਗੀ ਤੌਰ ਤੇ ਇਲਾਜ ਇਹਦਾ 1.5 ਮਹੀਨੇ ਤੋਂ ਚੱਲ ਰਿਹਾ ਸੀ, ਤੇ ਕਾਫੀ ਹਸਪਤਾਲਾਂ 'ਚੋਂ ਮਤਲਬ ਕਿ ਜਾਣੀ ਕਿ ਦਵਾਈਆਂ ਦੂਰੇ ਪੈਂਦੇ, ਇਹਨੂੰ ਦਿਮਾਗ ਦਾ ਹੀ ਕੋਈ ਚੱਕਰ ਸੀ, ਇਸ ਤਰ੍ਹਾਂ ਹੀ ਮਤਲਬ ਕਿ ਆਪਣਾ ਬੁਖਾਰ ਬਖੂਰ 'ਚੋਂ ਜਾਂ ਪੀਲੀਏ 'ਚੋਂ ਇਦਾਂ ਵਿਗੜਿਆ ਰੋਗ। ਇਹ ਬੇਟੀ ਨੂੰ ਨਾ ਅਸੀਂ ਕਾਫੀ ਹਸਪਤਾਲਾਂ 'ਚ ਲੈ ਕੇ ਪੈਸੇ ਪੂਸੇ ਵੀ ਕਾਫੀ ਉਜਾੜੇ, ਕਈਆਂ ਨੇ ਵਿਚਾਰਿਆਂ ਨੇ ਸੇਵਾਵਾਂ ਵੀ ਕੀਤੀਆਂ ਜਾਂਦੀਆਂ, ਤੇ ਹਸਪਤਾਲ 'ਚ ਵੀ ਡਾਕਟਰਾਂ ਨੇ ਵੀ ਤਰਸ ਕਰਕੇ ਕਈ ਵੇਲੇ ਦਵਾਈਆਂ ਦਾ ਮਤਲਬ ਕਿ ਇਲਾਜ ਲੂਜ ਕਰਵਾਇਆ, ਪਰ ਇਹ ਵਿਚਾਰੀ ਨੂੰ ਨਾ ਦਵਾਈ ਜਿਹੜੀ ਸੀ ਨਾ ਉਹ ਅਸਰ ਕਰਦੀ ਸੀ, ਪਰ ਥੋੜ੍ਹਾ ਜਿਹਾ ਚਿਰ ਕਰਦੀ ਫਿਰ ਉਸ ਤਰ੍ਹਾਂ ਹੋ ਜਾਂਦਾ। ਹੁਣ 5-6 ਮਹੀਨੇ ਹੋ ਗਏ ਨੇ, ਵਾਹਿਗੁਰੂ ਦੀ ਕਿਰਪਾ ਨਾਲ ਵੀ ਕਾਫੀ ਬਹੁਤ ਜ਼ਿਆਦਾ ਚੇਂਜ ਹੋਇਆ, ਬੱਚੀ ਦੀ ਆਰਾਮ ਆਉਣਾ ਸ਼ੁਰੂ ਹੋਇਆ ਦਵਾਈ ਦਾ, ਵੀ ਉਹ ਦਵਾਈ ਵੀ ਪ੍ਰਮਾਤਮਾ ਦੀ ਦੁਆ ਦੇ ਨਾਲ ਹੀ ਲੱਗਣੀ ਸ਼ੁਰੂ ਹੋਈ ਆ। ਇਹ ਸੁਖਵਿੰਦਰ ਜੀ, ਕਹਿ ਸਕਦੇ ਆ ਵੀ ਹਾਲਾਤ ਇੰਨੇ ਮਾੜੇ ਸੀ, ਤੇ ਮੇਰੇ ਦੱਸੋ ਬਾਬਾ ਜੀ, ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ, ਬੱਚੀ ਜਿਹੜੀ ਆ ਉਹ ਕਿੰਨੇ ਸਾਲ ਤੋਂ ਜਿਹੜੀ ਆ ਇਸ ਤਰ੍ਹਾਂ ਕੋ ਅਸੀਂ ਦੇਖਿਆ ਹੱਥ ਪੈਰ ਉਹਦੇ ਇੱਕ ਵਿੰਗੇ ਹੋ ਗਏ ਜਾਂ ਹੱਥ ਪੈਰ ਮੁੜ ਗਏ ਆ, ਮੈਂ ਦੱਸ ਰਿਹਾ ਠੀਕ ਹੈ ਨਾ, ਤੇ ਕਿੰਨੇ ਚਿਰ ਤੋਂ ਇਹ ਬਿਮਾਰੀ ਹੋ ਗਈ ਹੈ, ਕਿੰਨੇ ਹਾਲਾਤ ਹੋ ਗਏ, ਤੇ ਇਲਾਜ ਕਿੱਥੋਂ ਕਰਾਇਆ ਵਾ, ਤੇ ਕਿੰਨੇ ਘਰ 'ਚ ਜਿਹੜਾ ਪੈਸੇ ਜਿਹੜੇ ਲੱਗੇ ਨੇ? ਵੀ ਜੀ ਸਵਾ ਸਾਲ 1.5 ਸਾਲ ਤੋਂ ਅਸੀਂ ਸਵਾ ਮਹੀਨੇ ਤੋਂ 1.5 ਸਾਲ ਤੋਂ ਤੁਰੇ ਹੋਏ ਹਾਂ। ਅਸੀਂ ਗੁਰੂ ਨਾਨਕ ਹਸਪਤਾਲ 'ਚੋਂ ਪਹਿਲੋਂ ਚੱਲੇ ਹਾਂ ਸਰਕਾਰੀ ਤੋਂ, ਉੱਥੋਂ ਘੁੰਮਦੇ ਅਸੀਂ ਡਾਕਟਰ ਪ੍ਰਭਜੀਤ ਦਿਮਾਗ ਵਾਲੇ ਨੇ, ਡਾਕਟਰ ਵਿਕਾਸ ਸ਼ਰਮਾ ਜੀ ਭੰਡਾਰੀ ਹਸਪਤਾਲ ਆ, ਇਸ ਤਰ੍ਹਾਂ ਹੀ ਜਲੰਧਰ, ਅੰਮ੍ਰਿਤਸਰ, ਲੁਧਿਆਣੇ ਦੇ ਵਿੱਚ ਅਸੀਂ ਹਰ ਇੱਕ ਡਾਕਟਰਾਂ ਦੇ ਕੋਲ ਜਾ ਕੇ ਬੇਨਤੀ ਕੀਤੀ। ਉਹਨਾਂ ਨੇ ਆਖਿਆ ਦਿਮਾਗ ਦੀ ਦਵਾਈ ਸਦਾ ਵਾਸਤੇ ਤੁਸੀਂ ਇਹ ਲਗਾਤਾਰ ਦਈ ਜਾਓ, 3 ਸਾਲ ਲਗਾਤਾਰ ਉਹ ਅਸੀਂ ਦਿੰਦੇ ਰਹੇ ਹਾਂ।
ਪਰ ਉਹ ਜਿਹੜੀ ਦਵਾਈ ਚੱਲ ਰਹੀ ਸੀ ਉਹਨਾਂ ਨੂੰ ਫਰਕ ਨਹੀਂ ਪਿਆ ਰਿਹਾ ਸੀ। ਫਿਰ ਅਸੀਂ ਥੈਰੇਪੀ ਵਾਲੇ ਡਾਕਟਰ ਕੋਲ ਗਏ, ਉਹਨਾਂ ਨੇ ਬੜੀ ਮਹਿੰਗੀਆਂ 18 ਬਲਕਿ 1000 ਦੀਆਂ ਦਵਾਈਆਂ ਦੱਸੀਆਂ, ਸਾਡੇ ਕੋਲ ਲਈਆਂ ਨਾ ਜਾਣੀਆਂ ਸੀ। ਐਵੇਂ ਇੱਕ ਅੱਧੀ ਵਾਰੀ ਬਲਕਿ ਵੀ ਉਹਨਾਂ ਕੋਲ ਕਿਸੇ ਮਰੀਜ਼ ਕੋਲ ਲੈ ਕੇ ਥੋੜ੍ਹੀ ਬਹੁਤੀ ਦੇਖ ਦੂ ਕੇ ਵੇਖਿਆ, ਪਰ ਵੀਰ ਜੀ ਕਈਆਂ ਨੇ ਵਿਚਾਰਿਆਂ ਨੇ ਸੇਵਾਵਾਂ ਵੀ ਕੀਤੀਆਂ ਵਾ, ਪਰ ਉਹ ਦਵਾਈ ਜਿਹੜੀ ਇਹਨੂੰ ਅਸਰ ਨਹੀਂ, ਜਾਣੀ ਕਿ ਕਹਿ ਦਿਓ ਵੀ ਫਰਕ ਨਹੀਂ ਚੰਗੀ ਤਰ੍ਹਾਂ ਪੈਂਦਾ ਰਿਹਾ। ਤੇ ਡਾਕਟਰ ਕੀ ਕਹਿੰਦੇ ਆ ਵੀ ਇਲਾਜ ਕਿਸ ਤਰ੍ਹਾਂ ਠੀਕ ਹੋ ਜਾਏਗੀ? ਨਹੀਂ ਹੋ ਵੀ ਸਕਦਾ ਵਾ, ਤੇ ਪਰ ਸਮਾਂ ਲੱਗ ਸਕਦਾ ਵਾ। ਤੇ ਇਹ ਜਿਹੜਾ ਮਤਲਬ ਕਿ ਪਿਓ ਪ੍ਰੋਪਰ ਜਿਹੜਾ ਪੂਰਾ ਚੰਗੀ ਤਰ੍ਹਾਂ ਬੱਚਾ ਸਹੀ ਸਲਾਮਤ ਉੱਦਾਂ ਨਹੀਂ ਹੋ ਸਕਦਾ, ਪਰ ਥੋੜ੍ਹਾ ਬਹੁਤਾ ਕੁਛ ਹੋ ਜਾਵੇਗਾ ਜਿਹੜਾ ਆਪਣੇ ਮਤਲਬ ਕਿ ਵੀ ਉਹਨਾਂ ਦਾ ਕਹਿਣਾ ਵਾ। ਪਰ ਸਾਡੇ ਸਤਿਗੁਰੂ ਜੀ ਦਾ ਕਹਿਣਾ ਵਾ ਵੀ ਇਸ ਤਰ੍ਹਾਂ ਦੇ ਬੱਚੇ ਬਿਲਕੁਲ ਠੀਕ ਹੋ ਸਕਦੇ ਨੇ ਜੇ ਭਰੋਸੇ ਦੇ ਨਾਲ ਦਵਾਈ ਦੇ ਨਾਲ ਦਵਾ ਵੀ ਕੀਤੀ ਜਾਵੇ। ਕਦੀ ਤੁਸੀਂ ਗੁਰੂ ਰਾਮਦਾਸ ਦੇ ਦਰ 'ਤੇ ਜਾ ਕੇ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ, ਉੱਥੋਂ ਇਸ਼ਨਾਨ ਕਰਾਇਆ ਜਾ ਕੇ ਦੁੱਖ ਭੰਜਨੀ ਬੇਰੀ ਥੱਲੋਂ? ਕਿਉਂਕਿ ਉੱਥੇ ਤੇ ਕਹਿ ਸਕਦੇ ਪਿੰਗਲੇ ਵੀ ਠੀਕ ਹੋ ਗਏ ਆ ਤੇ ਹਰ ਤਰ੍ਹਾਂ ਦੇ, ਕਿਉਂਕਿ ਇਹ ਵੀ ਸਾਡੀ ਬੱਚੀ ਹੈ ਵੀ ਠੀਕ ਹੋ ਜਾਊਗੀ। ਵਿਸ਼ਵਾਸ ਹੈ, ਤੁਸੀਂ ਖੁਦ ਗੁਰਸਿੱਖ ਹੈਗੇ ਜੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਵਾਹਿਗੁਰੂ ਜੀ, ਅਸੀਂ ਹਰਿਮੰਦਰ ਸਾਹਿਬ 'ਚ ਇਹਨੂੰ ਦੁੱਖ ਭੰਜਨੀ ਸਾਹਿਬ 'ਚ ਇਸ਼ਨਾਨ ਕਰਵਾਉਣ ਜਾ ਰਹੇ ਹਾਂ ਤੇ ਜਾਂਦੇ ਹੁੰਦੇ ਹਾਂ। ਅਸੀਂ ਥੈਰੇਪੀ ਵੀ ਕਰਾਉਣ ਜਾਂਦੇ ਹੁੰਦੇ ਹਾਂ, ਪਰ ਮਾਇਆ ਦੀ ਉਹੀ ਗੱਲ, ਫਿਰ ਕਿਰਾਏ ਦੀ ਤੰਗੀ ਕਾਰਨ ਕਰਕੇ ਅਸੀਂ ਕਈ ਵੇਲੇ ਨਾਗਾ ਪੈ ਜਾਂਦਾ ਜਾਂ ਜਾਇਆ ਨਹੀਂ ਜਾਂਦਾ, ਜਾਂ ਫਿਰ ਸਾਡੇ ਘਰ ਦੇ ਜਿਹੜੇ ਕੋਈ ਛੋਟੇ ਮੋਟੇ ਖਰਚੇ ਨੇ, ਜਾਂ ਇਹ ਬੱਚੀ ਦੀਆਂ ਔਰ ਦਿਮਾਗ ਤੋਂ ਇਲਾਵਾ ਦਵਾਈਆਂ ਕਈ ਵੇਲੇ ਦੇਣੀਆਂ ਪੈਂਦੀਆਂ। ਜਿਵੇਂ ਹੁਣ ਇਹਨੂੰ ਇਨਫੈਕਸ਼ਨ ਹੋਈ ਆ, ਤੁਸੀਂ ਦੇਖ ਹੀ ਰਹੇ ਪਹਿਲਾਂ ਕਿਸ ਤਰ੍ਹਾਂ ਤੜਫ ਰਹੀ ਸੀ, ਤੇ ਅਸੀਂ ਦਵਾਈ ਜਿਹੜੀ ਆ ਕੁਛ ਜਿੰਨੀ ਕੁ ਪਹੁੰਚ ਸੀ ਕਿਸੇ ਵੀਰ ਨੇ ਵਿਚਾਰੇ ਨੇ ਲੈਤੀ, ਕੁਝ ਰਹਿ ਗਈ, ਕੁਝ ਸਾਡੇ ਕੋਲ ਨਹੀਂ ਲੈ ਸਕੇ, ਤੇ ਅਸੀਂ ਹੁਣ ਵੀ ਵਿਚਾਰੀ ਨੂੰ ਅੰਧਾਰ ਮਾਤਾ ਜੀ ਲੈ ਕੇ ਆਏ ਇੱਥੋਂ ਲਾਗੋ ਹੀ ਹਸਪਤਾਲ 'ਚ ਦਵਾਈ, ਤੇ ਉਹ ਮਤਲਬ ਕਿ ਵੀ ਉਹਨੂੰ ਦਿੱਤੀ ਆ, ਤੇ ਪਤਾ ਨਹੀਂ ਵੇਖੋ ਕੀ ਫਰਕ ਪੈਂਦਾ। ਇਹ 1.25 ਮਹੀਨੇ ਤੋਂ 1.5 ਮਹੀਨੇ ਤੋਂ ਲੈ ਕੇ ਹੁਣ ਪੌਣਾ 7ਵਾਂ ਮਹੀਨਾ ਸਾਲ ਲੱਗਿਆ ਇਹਨੂੰ। ਵਾਹਿਗੁਰੂ ਜੀ, ਇਹ ਦੱਸੋ ਪਰਿਵਾਰ 'ਚ ਕੌਣ ਜੀ ਆ ਤੇ ਕਿੰਨੇ ਜੀ ਪਰਿਵਾਰ 'ਚ ਕਮਾਉਣ ਵਾਲੇ ਨੇ? ਵਾਹਿਗੁਰੂ ਜੀ, ਪਿਤਾ ਜੀ ਰਿਕਸ਼ਾ ਚਲਾਉਂਦੇ, ਉਹ ਆਪਣਾ ਵਿਚਾਰੇ ਬੜਾ ਮੋਟਾ ਜਿਹਾ ਦਾਲ ਫੁਲਕਾ ਖਾਂਦੇ। ਅਸੀਂ ਉਹ 60-75 ਸਾਲ ਉਹਨਾਂ ਦੀ ਉਮਰ ਆ, 80 ਸਾਲ ਉਹ ਚਲਾਉਣ ਦੇ ਲਾਇਕ ਤੇ ਹੈ ਨਹੀਂ, ਪਰ ਉਹਨਾਂ ਦੀ ਵੀ ਅਸੀਂ ਸੇਵਾ ਤੋਂ ਮਤਲਬ ਕਿ ਕੀ ਕਰਨੀ ਆ। ਉਹ ਵਿਚਾਰੇ ਆਪਣਾ ਵੀ ਗੁਰੂ ਘਰ ਚੋਂ ਪ੍ਰਸ਼ਾਦਾ ਛਕਦੇ ਕਈ ਵੇਲੇ, ਤੇ ਜਾਂ ਥੋੜ੍ਹਾ ਬਹੁਤਾ ਆਪਣਾ ਕਰ ਲੈਂਦੇ ਨੇ ਮਾੜਾ ਮੋਟਾ, ਇਹ ਹੁੰਦਾ ਵਾ। ਤੇ ਬਾਕੀ ਇਹ ਆ ਵੀ ਛੋਟਾ ਭਾਈ ਉਹ ਵੀ ਦਿਹਾੜੀ ਦੂੜੀ ਕਰਨ ਜਾਂਦਾ ਇੱਥੇ ਲਾਗੇ ਮਿਸਤਰੀਆਂ ਨਾਲ, ਇੱਕ ਮੈਂ ਵਾ। ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਸੁਖਵਿੰਦਰ ਸਿੰਘ ਪਾਠੀ, ਜਿਹੜੇ ਕਿ ਕੱਥੂ ਨੰਗਲ ਦੇ ਜਿਹੜਾ ਰਹਿਣ ਵਾਲੇ ਨੇ, ਤੇ ਕਹਿ ਸਕਦੇ ਵੀ ਪਾਠੀ ਦੀ ਸੇਵਾ ਬਹੁਤ ਜਿਹੜੀ ਖੂਬੀ ਨਿਭਾ ਰਹੇ ਨੇ। ਪਰ ਕਹਿ ਸਕਦੇ ਵੀ ਘਰ ਦੀ ਗਰੀਬੀ ਜਿੰਨੀ ਇੰਨੀ ਹਾਲਾਤ ਮਾੜੇ ਨੇ, ਪਰ ਫਿਰ ਵੀ ਪਰਮਾਤਮਾ ਦਾ ਵਿਸ਼ਵਾਸ ਆ, ਉਸ ਰੱਬ ਤੇ ਉਸ ਅਕਾਲ ਪੁਰਖ ਤੇ ਵਿਸ਼ਵਾਸ ਆ ਵੀ ਜਿਹੜੀ ਕਹਿ ਸਕਦੇ ਗਰੀਬੀ ਤੇ ਘਰ 'ਚ ਜਿਹੜੀ ਬਿਮਾਰੀ ਆ, ਇੱਕ ਬੇਟੀ ਜਿਹੜੀ ਇਹਨਾਂ ਦੀ ਉਹ ਬਿਲਕੁਲ ਜਿਹੜੀ ਅਪਾਹਜ ਕਹਿ ਸਕਦੇ ਆ, ਜਿਹੜੀ ਕਿ ਵਿਚਾਰੀ ਦਿਮਾਗੀ ਅਪਸੈਟ ਆ, 1.5 ਸਾਲ ਤੋਂ ਜਿਹੜੀ ਉਮਰ ਦੇ ਵਿੱਚ ਜਿਹੜੀ ਉਹ ਸੀ ਬਿਮਾਰ ਹੋ ਗਈ ਸੀ। ਪਰ ਫਿਰ ਵੀ ਵਾਹਿਗੁਰੂ ਤੇ ਗੁਰੂ ਰਾਮਦਾਸ ਤੇ ਇਹਨਾਂ ਨੂੰ ਪੂਰਾ ਵਿਸ਼ਵਾਸ ਹੈ ਵੀ ਸਾਡੀ ਜਿਹੜੀ ਆ ਬੇਟੀ ਆ ਉਹ ਠੀਕ ਹੋ ਜਾਏਗੀ। ਤੇ ਸਾਡੇ ਵੀ ਜਿਹੜੇ ਸੱਜਣ NRI ਜਿਹੜੇ ਵੀਰ ਨੇ, ਦੇਸਾਂ ਵਿਦੇਸਾਂ ਜਿਹੜੇ ਦੇਖ ਰਹੇ ਨੇ ਸਾਡਾ ਚੈਨਲ, ਤੇ ਸਾਡੀ ਉਹਨਾਂ ਨੂੰ ਅਪੀਲ ਹੈ ਵੀ ਇਸ ਗੁਰਸਿੱਖ ਦੀ ਜਿਹੜੀ ਪਰਿਵਾਰ ਦੀ ਆ, ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਕਿਉਂਕਿ ਪੰਜਾਬੀ ਉਹ ਹੁਣ ਜਾਗਣ ਦਾ ਵੇਲਾ ਵਾ। ਸਾਡਾ ਜਿਹੜਾ ਇਹ ਪੰਜਾਬੀ ਵੀਰ ਆ, ਜਿਹੜਾ ਸਾਡਾ ਸਿੱਖ ਵੀਰ ਆ, ਅੱਜ ਗਰੀਬੀ ਦੀ ਹਾਲਾਤ ਵੀ ਜਿਹੜੀ ਬਤੀਤ ਕਰ ਰਿਹਾ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜਾ ਇਹ ਗੁਰਸਿੱਖ ਦਾ ਪਰਿਵਾਰ ਹੈ, ਸਾਰਿਆਂ ਨੇ ਅੰਮ੍ਰਿਤ ਛਕਿਆ ਇਸ ਪਰਿਵਾਰ ਨੇ, ਤੇ ਵੱਧ ਤੋਂ ਵੱਧ ਜਿਹੜੀ ਵਿਚਾਰਾ ਜ਼ਿੰਦਗੀ ਬਤੀਤ ਕਰ ਰਿਹਾ। ਪਰ ਫਿਰ ਵੀ ਇੰਨੀ ਗਰੀਬੀ ਵਿੱਚ ਵੀ ਸ਼੍ਰੀ ਗੁਰੂ ਰਾਮਦਾਸ ਦਾ ਜਿਹੜਾ ਗੁਣ ਗਾਉਂਦੇ ਆ ਤੇ ਵਾਹਿਗੁਰੂ ਦਾ ਨਾਮ ਲੈਂਦੇ ਆ ਵੀ ਸਾਡੀ ਜਿਹੜੀ ਗਰੀਬੀ ਆ ਉਹ ਸਾਡਾ ਗੁਰੂ ਰਾਮਦਾਸ ਪਰਮਾਤਮਾ ਜਿਹੜਾ ਵਾ ਉਹ ਕੱਢੇਗਾ। ਤੇ ਹੁਣ ਗੱਲਬਾਤ ਕਰ ਲੈਂਦੇ ਆ, ਸਾਡੇ ਨਾਲ ਜਿਹੜੇ ਭੈਣ ਜੀ ਗੱਲਬਾਤ ਕਰਨ ਨੂੰ ਤਿਆਰ ਨੇ, ਉਹਨਾਂ ਨਾਲ ਗੱਲਬਾਤ ਕਰਨੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਅਸੀਂ ਦੇਖਿਆ ਵੀ ਵੇਖੋ ਜਿੱਥੇ ਘੱਟ ਗਰੀਬੀ ਲੱਗਦੀ ਆ, ਉੱਥੇ ਕਹਿ ਸਕਦੇ ਆ ਵੀ ਬੱਚੀ ਬਿਮਾਰ ਆ, ਮਾਂ ਦੇ ਸਾਹਮਣੇ ਇੱਕ ਬੇਟੀ ਜਿਹੜੀ ਆ, ਇਸ ਤਰ੍ਹਾਂ ਜਿਹੜਾ ਬੱਚਾ ਬਿਮਾਰ ਹੁੰਦਾ ਤੇ ਬੜਾ ਦੁੱਖ ਹੁੰਦਾ ਮਾਂ ਵਾਸਤੇ। ਕਿਸ ਤਰ੍ਹਾਂ ਜਿਹੜੀ ਇਹ ਬੱਚੀ ਜਿਹੜੀ ਆ ਬਿਮਾਰ ਹੋਈ, ਦੱਸੋ ਸਾਡੇ ਬਾਰੇ ਦਰਸ਼ਕਾਂ ਨੂੰ। ਹਾਂਜੀ ਭਾਈ ਸਾਹਿਬ ਜੀ, ਇਹ ਬੱਚੀ ਨਾ ਸਭ ਤੋਂ ਪਹਿਲਾਂ ਤਾਂ ਇਸ ਬੱਚੀ ਨੂੰ ਨਾ ਦਿਮਾਗੀ ਤੌਰ 'ਤੇ ਜਦੋਂ ਪ੍ਰੋਬਲਮ ਆਉਣ ਤੋਂ ਪਹਿਲਾਂ ਇਸ ਬੱਚੀ ਨੂੰ ਨਾ ਬੁਖਾਰ ਹੋਇਆ ਸੀ। ਹਾਂਜੀ, ਬੁਖਾਰ ਤੋਂ ਬਾਅਦ ਨਾ ਇਸ ਨੂੰ ਦੌਰਾ ਪਿਆ ਸੀ, ਤੇ ਦੌਰੇ ਤੋਂ ਬਾਅਦ ਹੁਣ ਤੱਕ ਇਸ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਗਈ ਹੈ ਵੀ ਹੁਣ ਇਹਦੇ ਜਿਹੜੀਆਂ ਲੱਤਾਂ ਬਾਹਾਂ ਨੂੰ ਵੀ ਕਮਜ਼ੋਰੀ ਆ ਗਈ ਹੈ, ਤੇ ਡਾਕਟਰ ਸਾਹਿਬ ਦਾ ਕਹਿਣਾ ਵਾ ਵੀ ਇਹਨੂੰ ਨਾ ਦਿਮਾਗੀ ਜਿਹੜੀ ਪ੍ਰੋਬਲਮ ਹੈਗੀ ਉਸ ਦੇ ਕਾਰਨ ਹੀ ਇਸ ਤਰ੍ਹਾਂ ਦੀ ਕੰਡੀਸ਼ਨ ਹੋਈ ਹੈ ਇਸ ਦੀ। ਪਹਿਲੇ ਦੱਸੋ, ਹੱਥ ਪੈਰ ਅਸੀਂ ਦੇਖਿਆ ਬੇਟੀ ਦੇ ਹੱਥ ਪੈਰ ਵੀ ਜਿਹੜੇ ਮੁੜ ਗਏ ਨੇ, ਤੇ ਕਿਸ ਤਰ੍ਹਾਂ ਡਾਕਟਰ ਸਾਹਿਬ ਕੀ ਦੱਸਦੇ ਵੀ ਇਹ ਇਲਾਜ ਹੈਗਾ ਕਿ ਨਹੀਂ ਹੈਗਾ, ਜਾਂ ਕਿੱਥੋਂ ਇਲਾਜ ਤੁਸੀਂ ਕਰਵਾਇਆ ਇਹਦਾ, ਥੋੜਾ ਦੱਸੋ ਦਰਸ਼ਕਾਂ ਨੂੰ ਕਿੰਨੇ ਕੁ ਪੈਸੇ ਲੱਗ ਚੁੱਕੇ ਨੇ? ਹਾਂਜੀ ਭਾਈ ਸਾਹਿਬ ਜੀ, ਅਸੀਂ ਨਾ ਅਸਲ ਵਿੱਚ ਨਾ ਡਾਕਟਰ ਸਾਹਿਬ ਸਾਨੂੰ ਕਹਿ ਰਹੇ ਨੇ ਵੀ ਇਸ ਦੀ ਨਾ ਥੈਰੇਪੀ ਵਗੈਰਾ ਕਰਾਓ, ਪਰ ਨਾ ਅਸੀਂ ਥੈਰੇਪੀ ਇਸ ਦੀ ਕਰਾਉਂਦੇ ਰਹੇ ਸੀ ਜਦੋਂ ਸਾਡੇ ਕੋਲ ਪੈਸਿਆਂ ਦੀ ਥੋੜ੍ਹੀ ਬਹੁਤੀ ਹੈਗੀ ਸੀਗੀ, ਮਤਲਬ ਪਹੁੰਚ ਹੈਗੀ ਸੀ, ਤੇ ਉਹ ਨਾ ਥੈਰੇਪੀ ਇਸ ਦੀ ਨਾ ਵਿੱਚ ਅਸੀਂ ਕਰਵਾ ਕੇ ਤੇ ਛੱਡ ਦਿੱਤੀ। ਕਿਉਂ ਛੱਡ ਦਿੱਤੀ? ਇੱਕ ਨਾ ਸਾਡੇ ਕੋਲ ਡਾਕਟਰ ਸਾਹਿਬ ਨੂੰ ਦੇਣ ਵਾਸਤੇ ਫੀਸ ਨਹੀਂ ਸੀ ਹੁੰਦੀ, ਤੇ ਦੂਸਰੇ ਪਾਸੇ ਨਾ ਮਤਲਬ ਕਿ ਸਾਡੇ ਕੋਲ ਕਿਰਾਇਆ ਨਹੀਂ ਸੀ ਹੁੰਦਾ। ਉਹ ਕਹਿ ਰਹੇ ਨੇ ਵੀ ਅਗਰ ਤੁਸੀਂ ਥੈਰੇਪੀ ਵਗੈਰਾ ਕਰਾਓਗੇ ਵੀ ਇਸ ਦੀਆਂ ਲੱਤਾਂ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਵੀ ਸਹੀ ਹੋ ਜਾਣਗੀਆਂ, ਵੀ ਉਸ ਤੋਂ ਬਾਅਦ ਚੱਲ ਫਿਰ ਵੀ ਸਕੂਗੀ। ਉਹ ਕਹਿੰਦੇ ਵੀ ਇਸ ਦਾ ਜਿਹੜੇ ਵੀ ਹੱਥ ਪੈਰ ਵੀ ਹੈਗੇ ਨੇ ਉਹ ਵੀ ਮਤਲਬ ਕਿ ਠੀਕ ਹੋ ਸਕਦੇ ਨੇ। ਉਹ ਕਹਿੰਦੇ ਅਗਰ ਤੁਸੀਂ ਨਾ ਇਸ ਦਾ ਇਲਾਜ ਕਰਾਓਗੇ ਨਾ ਵੀ ਇਹਦੀਆਂ ਲੱਤਾਂ ਵੀ ਜਿਹੜੀ ਉਹ ਬਿਲਕੁਲ ਠੀਕ ਹੋ ਸਕਦੀਆਂ, ਵੀ ਤੁਰ ਸਕੂਗੀ ਇਹ ਬੱਚੀ। ਭੈਣ ਜੀ, ਇੱਕ ਤੇ
ਵਾਹਿਗੁਰੂ ਦਾ ਅੱਗੇ ਅਰਦਾਸ ਕਰਦੇ ਜੇ ਕਿਤੇ ਦੁੱਖ ਵੀ ਹੁੰਦਾ ਵਾ ਕਿਉਂਕਿ ਘਰ 'ਚ ਗਰੀਬੀ ਵੀ ਆ, ਇੱਕ ਬਿਮਾਰੀ ਵੀ ਘਰ 'ਚ ਆ ਗਈ ਆ, ਤੇ ਕਿਤੇ ਕਿਤੇ ਮਨ ਡੋਲਦਾ ਨਹੀਂ ਹੈ, ਕਿਤੇ ਰੱਬ ਗਾੜੀ ਅਰਦਾਸ ਨਹੀਂ ਕਰਦੇ ਹੱਥ ਗਾੜੀ ਸੱਚੇ ਪਾਤਸ਼ਾਹ ਇਹ ਸਾਰੇ ਦੁੱਖ ਤੂੰ ਜਿਹੜੇ ਸਾਡੇ ਝੋਲੀ ਗਾੜੀ ਪਾਤੇ ਆ, ਕਦੀ ਦੁੱਖ ਵੀ ਰੱਬ ਨਾਲ ਗਾੜੀ ਅਰਦਾਸ ਵੀ ਕਿਸ ਤਰ੍ਹਾਂ ਕਰਦੇ ਜੀ? ਭਾਈ ਸਾਹਿਬ ਜੀ ਅਸਲ ਦੇ ਵਿੱਚ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤਾਂ ਕਿਤੇ ਜਾਂਦੇ ਨਹੀਂ। ਵੀ ਦੇਖੋ ਦੁੱਖ ਸੁੱਖ ਤਾਂ ਘਰ ਦੇ ਵਿੱਚ ਆ ਹੀ ਜਾਂਦੇ ਨੇ, ਸਾਨੂੰ ਨਾ ਗੁਰੂ ਸਾਹਿਬ ਦੀ ਬਾਣੀ ਤੇ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਚਾਹੀਦਾ ਵਾ। ਤੇ ਇਹ ਸਾਡਾ ਬੱਚਾ ਜਦੋਂ ਵੀ ਮਰਜ਼ੀ ਠੀਕ ਹੋ ਜਾਵੇ, ਪਰ ਇਹ ਆ ਵੀ ਗੁਰੂ ਰਾਮਦਾਸ ਜੀ ਜ਼ਰੂਰ ਠੀਕ ਕਰਨਗੇ ਇਸ ਨੂੰ, ਕਿਉਂਕਿ ਇਸ ਬੱਚੇ ਦੇ ਨਾ ਪਿੱਤੇ ਦੇ ਵਿੱਚ ਪੱਥਰੀ ਸੀ, 9.10 mm ਦੀ ਪੱਥਰੀ ਸੀ, ਤੇ ਅਸੀਂ ਹੋਟੀਆਂ ਹਸਪੀਟਲ ਦੇ ਵਿੱਚ ਇਸ ਬੱਚੇ ਨੂੰ ਐਡਮਿਟ ਕਰਵਾਇਆ। ਤੇ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਇਸ ਦਾ ਨਾ ਆਪਰੇਸ਼ਨ ਵੀ ਨਹੀਂ ਕਰ ਸਕਦੇ ਹੈਗੇ। ਉਹਨਾਂ ਨੇ ਕਿਹਾ ਵੀ ਆਪਰੇਸ਼ਨ ਨਹੀਂ ਕਰ ਸਕਦੇ। ਉਸ ਤੋਂ ਬਾਅਦ ਇਹਦਾ ਨਾ ਖੂਨ ਵੀ ਕਾਫੀ ਘੱਟ ਸੀ, ਦਿਮਾਗੀ ਹਾਲਤ ਖਰਾਬ ਹੋਣ ਦੇ ਕਾਰਨ ਆਪਰੇਸ਼ਨ ਵੀ ਨਹੀਂ ਹੋ ਸਕਦਾ ਸੀ। ਤੇ ਭਾਈ ਸਾਹਿਬ ਜੀ ਉਸ ਤੋਂ ਬਾਅਦ ਮੈਂ ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਗ੍ਰੰਥੀ ਉਹ ਹੈਗੇ ਨੇ, ਆਪਣੇ ਕਥਾਵਾਚਕ ਹੈਗੇ ਨੇ, ਮੈਂ ਉਹਨਾਂ ਦੀ ਕਥਾ ਸੁਣਨ ਤੋਂ ਬਾਅਦ ਮੈਂ ਨਾ ਆਪਣੀ ਬੱਚੀ ਦੇ ਵਾਸਤੇ ਨਾ ਦਸਮ ਦੀ ਬਾਣੀ ਦਾ ਪਾਠ ਕਰਨਾ ਚਾਲੂ ਕਰ ਦਿੱਤਾ। ਉਸ ਤੋਂ ਬਾਅਦ ਵਿੱਚ ਮੈਂ ਨਾ ਪਾਠ ਕਰਦੀ ਗਈ, ਤੇ ਮੈਂ ਜਲ ਲੈ ਕੇ ਦਰਬਾਰ ਸਾਹਿਬ ਬੇਰੀ ਸਾਹਿਬ ਦਾ ਜਲ ਲੈ ਕੇ ਮੈਂ ਇਸ ਬੱਚੇ ਦੇ ਪੇਟ ਤੇ ਹੱਥ ਫੇਰ ਕੇ ਮੈਂ ਪਾਠ ਕਰਦੀ ਰਹੀ। ਉਸ ਤੋਂ ਬਾਅਦ ਵਿੱਚ ਇੱਕ ਦਿਨ ਅਸੀਂ ਗੁਰਦੁਆਰਾ ਸਾਹਿਬ ਵਿੱਚ ਗਏ, ਤੇ ਮੈਨੂੰ ਪਾਠ ਕਰਦੀ ਨੂੰ ਤਕਰੀਬਨ ਵੀ 21 ਦਿਨ ਹੋ ਗਏ ਸੀਗੇ। ਤੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਗਏ, ਤੇ ਉਸ ਤੋਂ ਬਾਅਦ ਮੈਂ ਉੱਥੇ ਜਾ ਕੇ ਪਤਾ ਨਹੀਂ ਮੇਰੇ ਮਨ ਨੂੰ ਕੀ ਹੋਇਆ, ਮੈਂ ਨਮਸਕਾਰ ਵੀ ਨਹੀਂ ਕੀਤੀ ਹੈਗੀ ਗੁਰੂ ਸਾਹਿਬ ਨੂੰ। ਮੇਰੇ ਮਨ ਦੇ ਵਿੱਚ ਆਇਆ ਵੀ ਮੈਂ ਇਹਨਾਂ ਨੇ ਮੈਨੂੰ, ਮੇਰੇ ਸਿੰਘ ਸਾਹਿਬ ਮੈਨੂੰ ਕਹਿੰਦੇ ਤੂੰ ਨਮਸਕਾਰ ਕਰ ਲੈ। ਮੈਂ ਅੱਜ ਨਮਸਕਾਰ ਵੀ ਨਹੀਂ ਕਰਨੀ ਹੈਗੀ ਗੁਰੂ ਸਾਹਿਬ ਨੂੰ। ਮੈਂ ਕਿਹਾ ਗੁਰੂ ਸਾਹਿਬ ਨੂੰ ਇੰਨਾ ਨਹੀਂ ਪਤਾ ਵੀ ਸਾਡੇ ਕੋਲ ਕੋਈ ਪੈਸਾ ਵੀ ਨਹੀਂ, ਵੀ ਅਸੀਂ ਆਪਣੇ ਬੱਚੇ ਦਾ ਇਲਾਜ ਕਿੱਥੋਂ ਕਰਾਵਾਂਗੇ, ਵੀ ਇਹਦਾ ਆਪਰੇਸ਼ਨ ਹੋ ਵੀ ਨਹੀਂ ਸਕਦਾ। ਉਸ ਤੋਂ ਬਾਅਦ ਅਸੀਂ ਨਾ 15-20 ਮਿੰਟਾਂ ਤੱਕ ਅਸੀਂ ਘਰ ਆ ਗਏ। ਜਦੋਂ ਅਸੀਂ ਘਰ ਆਏ ਹੋਏ, ਇਸ ਬੱਚੇ ਨੂੰ ਨਾ ਉਲਟੀਆਂ ਸ਼ੁਰੂ ਹੋ ਗਈਆਂ ਕਾਫੀ ਜ਼ਿਆਦਾ। ਇਹ ਬੱਚੇ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 2-2:30 ਵਜੇ ਤੱਕ ਇੰਨੀਆਂ ਜ਼ਿਆਦਾ ਉਲਟੀਆਂ ਆਈਆਂ। ਉਸ ਤੋਂ ਬਾਅਦ ਇਸ ਦੀ ਕੰਡੀਸ਼ਨ ਇੰਨੀ ਖਰਾਬ ਹੋ ਗਈ, ਇੱਕ ਸਕਿੰਟ ਵਿੱਚ ਵੀ ਬੱਚੇ ਨੂੰ ਕੋਈ ਆਰਾਮ ਨਹੀਂ ਹੋ ਰਿਹਾ ਸੀਗਾ, ਵੀ ਉਲਟੀਆਂ ਲਗਾਤਾਰ ਹੋ ਰਹੀਆਂ ਸੀ। ਤੇ ਉਸ ਤੋਂ ਬਾਅਦ ਵਿੱਚ ਅਸੀਂ ਨਾ ਇਸ ਨੂੰ ਬਟਾਲੇ ਹਸਪੀਟਲ ਦੇ ਵਿੱਚ ਲੈ ਕੇ ਗਏ। ਅਸੀਂ ਹਸਪੀਟਲ ਵਿੱਚ ਲੈ ਕੇ ਗਏ ਨਵਤੇਜ ਸਿੰਘ ਗੁੱਗੂ ਦੇ ਹਸਪੀਟਲ 'ਚ। ਉਹ ਕਹਿੰਦੇ ਸਾਡੇ ਕੋਲ ਬੱਚਿਆਂ ਦਾ ਕੋਈ ਡਾਕਟਰ ਹੀ ਨਹੀਂ ਹੈਗਾ। ਫਿਰ ਅਸੀਂ ਗੁਰੂ ਸਾਹਿਬ ਦਾ ਨਾਮ ਲੈ ਕੇ ਨਾ ਅਸੀਂ ਇਸ ਬੱਚੇ ਨੂੰ ਘਰੇ ਹੀ ਰੱਖ ਲਿਆ। ਜਦੋਂ ਅਸੀਂ ਘਰੇ ਰੱਖਿਆ ਹੋਇਆ, ਇੰਨੀ ਕੰਡੀਸ਼ਨ ਖਰਾਬ ਹੋਣ ਦੇ ਬਾਵਜੂਦ ਵੀ ਇਹ ਬੱਚਾ ਨਾ ਫਿਰ ਸੌਂ ਗਿਆ। ਫਿਰ ਜਦੋਂ ਦਿਨ ਚੜ੍ਹਿਆ, ਤੇ ਅਸੀਂ ਡਾਕਟਰ ਗੁਰਸਰਨ ਸਿੰਘ ਹੋਟੀਆਂ ਹਸਪੀਟਲ ਦੇ ਵਿੱਚ ਗਏ। ਅਸੀਂ ਸਰ ਨੂੰ ਕਿਹਾ ਵੀ ਸਰ ਇਸ ਦੇ ਨਾ ਪਿੱਤੇ ਦੇ ਵਿੱਚ ਪੱਥਰੀ ਆ, ਵੀ ਇਹਨੂੰ ਉਲਟੀਆਂ ਕਾਫੀ ਜ਼ਿਆਦਾ ਆ ਰਹੀਆਂ, ਕੁਝ ਵੀ ਪਚ ਨਹੀਂ ਰਿਹਾ ਹੈਗਾ, ਵੀ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਵੀ ਅਸੀਂ ਇਹਦੀ ਅਲਟਰਾਸਾਊਂਡ ਕਰਾਉਣੀ ਆ। ਤੇ ਡਾਕਟਰ ਸਾਹਿਬ ਨੇ ਇੰਨਾ ਸਾਡੀ ਹੈਲਪ ਕਾਫੀ ਜ਼ਿਆਦਾ ਕੀਤੀ ਉਹਨਾਂ ਨੇ, ਵੀ ਇਸ ਬੱਚੇ ਦਾ ਨਾ ਉਹਨਾਂ ਨੇ ਆਪਣੇ ਕੋਲ ਅਲਟਰਾਸਾਊਂਡ ਕਰਵਾਇਆ ਸੀ। ਤੇ ਉਸ ਤੋਂ ਬਾਅਦ ਜਦੋਂ ਅਲਟਰਾਸਾਊਂਡ ਕਰਵਾਇਆ ਸੀ, ਗੁਰੂ ਸਾਹਿਬ ਦੀ ਇਹੋ ਜਿਹੀ ਕਿਰਪਾ ਹੋਈ ਨਾ, ਜਿਸ ਬੱਚੇ ਦੇ ਪਿੱਤੇ ਦੇ ਵਿੱਚ ਪੱਥਰੀ ਸੀ 9.10 mm ਦੀ, ਤੇ ਡਾਕਟਰ ਸਾਹਿਬ ਕਹਿੰਦੇ ਇਸ ਦੇ ਪਿੱਤੇ ਦੇ ਵਿੱਚ ਪੱਥਰੀ ਬਿਲਕੁਲ ਵੀ ਨਹੀਂ ਹੈਗੀ। ਉਹ ਸਾਡੇ ਕੋਲ ਅੱਜ ਵੀ ਰਿਪੋਰਟਾਂ ਪਈਆਂ ਨੇ ਜਿਸ ਦੇ ਵਿੱਚ ਪੱਥਰੀ ਨਹੀਂ ਹੈਗੀ, ਔਰ ਜਿਸ ਦੇ ਵਿੱਚ ਪੱਥਰੀ ਹੈਗੀ ਹੈ ਉਹ ਵੀ ਪਈਆਂ ਨੇ। ਮਤਲਬ ਕਹਿ ਸਕਦੇ ਵੀ ਕਿਤੇ ਨਾ ਕਿਤੇ ਸਾਡੇ ਜਿਹੜੇ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹ 'ਚ ਪੂਰੀ ਸ਼ਕਤੀ ਆ, ਅੱਜ ਵੀ ਤਾਕਤ ਆ, ਅੱਜ ਵੀ ਕਹਿ ਸਕਦੇ ਵਿਸ਼ਵਾਸ ਆ। ਇਸ ਭੈਣ ਦਾ ਕਹਿਣਾ ਵੀ ਜਦੋਂ ਪੱਥਰੀ ਕਰਾਈ, ਜਦੋਂ ਚੈੱਕਅਪ ਕਰਾਇਆ ਸੀ, ਅਲਟਰਾਸਾਊਂਡ ਕਰਾਇਆ ਸੀ, ਤੇ ਪੱਥਰੀ ਹੈਗੀ ਸੀ, ਜਦੋਂ ਬਾਣੀ ਕੀਤੀ ਜਾਂ ਕਹਿ ਸਕਦੇ ਬਾਣੀ ਦਾ ਪਾਠ ਕੀਤਾ, ਤੇ ਇਸ ਜਿਹੜੀ ਹੈ ਜਦੋਂ ਉਸ ਤੋਂ ਬਾਅਦ ਅਲਟਰਾਸਾਊਂਡ ਕਰਾਇਆ, ਤੇ ਜਿਹੜੀ ਉਹ ਡਾਕਟਰਾਂ ਨੇ ਕਹਿ ਦਿੱਤਾ ਵੀ ਕਿਉਂਕਿ ਡਾਕਟਰ ਵੀ ਜਿਹੜੇ ਰੱਬ ਰੂਪੀ ਡਾਕਟਰ ਨੇ, ਜਿਨ੍ਹਾਂ ਇਹ ਕਹਿ ਸਕਦੇ ਵੀ ਗੁਰੂ ਰਾਮਦਾਸ ਜਿਹੜਾ ਹਸਪਤਾਲ 'ਚ ਜਿਹੜਾ ਡਾਕਟਰ ਸਾਹਿਬ ਵੀ ਉਹਨਾਂ ਆਪਣੇ ਕੋਲੋਂ ਜਿਹੜੀ ਆ ਪੈਸੇ ਖਰਚ ਕੇ ਜਿਹੜਾ ਇਸ ਜਿਹੜੀ ਧੀ ਦਾ ਜਿਹੜਾ ਵਾ ਅਲਟਰਾਸਾਊਂਡ ਕਰਾ ਕੇ ਦਿੱਤਾ, ਅਤੇ ਉਹਨਾਂ ਜਦੋਂ ਚੈੱਕ ਕੀਤਾ ਤੇ ਜਿਹੜੇ ਕਹਿ ਸਕਦੇ ਵੀ ਪੱਥਰੀਆਂ ਜਿਹੜੀਆਂ ਬਿਲਕੁਲ ਗਾਇਬ ਹੋ ਚੁੱਕੀਆਂ ਸੀ। ਇਸ ਕਰਕੇ ਇਹਨਾਂ ਦਾ ਵਿਸ਼ਵਾਸ ਬਣਿਆ ਵਾ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਦੀ ਬਾਣੀ ਤੇ ਗੁਰੂ ਰਾਮਦਾਸ ਤੇ, ਜਿਨ੍ਹਾਂ ਕਿਹਾ ਵੀ ਜੇਕਰ ਸਾਡੇ ਦੀ ਗਰੀਬੀ ਵੀ ਆਈ ਆ ਤੇ ਗੁਰੂ ਰਾਮਦਾਸ ਗੁਰੂ ਰਾਮਦਾਸ ਜਿਹੜਾ ਉਹ ਕੱਢੇਗਾ। ਗੱਲਬਾਤ ਕਰਨੇ। ਹਾਂਜੀ ਭੈਣ ਜੀ, ਹੋਰ ਕੀ ਚਮਤਕਾਰ ਹੋਇਆ ਸੀ ਉਸ ਟਾਈਮ ਤੇ? ਹਾਂਜੀ ਭਾਈ ਸਾਹਿਬ, ਚਮਤਕਾਰ ਵਾਲੀ ਤਾਂ ਇੱਕ ਹੋਰ ਗੱਲ ਹੈ ਵੀ ਡਾਕਟਰ ਮਤਲਬ ਕਿ ਸਾਡੇ ਬੱਚੇ ਦੇ ਇੱਕ ਤਰ੍ਹਾਂ ਦੀ ਮੈਡੀਸਨ ਪਾ ਕੇ ਚੰਡੀਗੜ੍ਹ PGI ਵੀ ਸਾਰੇ ਡਾਕਟਰਾਂ ਨੇ, ਪਤਾ ਨਹੀਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਇੰਨੀਆਂ ਜ਼ਿਆਦਾ ਮੈਡੀਸਨ ਚੇਂਜ ਕੀਤੀਆਂ ਵੀ ਇਸ ਬੱਚੇ ਦੇ ਨਾ ਕਿਸੇ ਵੀ ਤਰੀਕੇ ਦੇ ਨਾਲ ਦੌਰੇ ਜਿਹੜੇ ਨਾ ਰੁਕ ਜਾਣ। ਪਰ ਉਹ ਹੁਣ ਗੁਰੂ ਸਾਹਿਬ ਦੇ ਚਮਤਕਾਰ ਵਾਲੀ ਗੱਲ ਹੈ ਵੀ ਹੁਣ 6-7 ਮਹੀਨਿਆਂ ਤੋਂ ਕੋਈ ਇਸ ਨੂੰ ਦੌਰਾ ਨਹੀਂ ਪੈ ਰਿਹਾ। ਅਰਦਾਸ ਕਰਦੇ ਤਾਂ ਜ਼ਰੂਰ ਆ, ਇਹ ਆ ਵੀ ਅਰਦਾਸ ਕਰਦੇ ਤਾਂ ਜ਼ਰੂਰ ਆ, ਮਤਲਬ ਕਿ ਕਈ ਵਾਰ ਨਾ ਥੋੜ੍ਹਾ ਟਾਈਮ ਲੱਗ ਜਾਂਦਾ ਵਾ ਉਸ ਨੂੰ ਪੂਰੀ ਹੋਣ 'ਚ। ਹੁਣ ਗੁਰੂ ਸਾਹਿਬ ਨੇ ਇਸ ਦੇ ਦੌਰੇ ਠੀਕ ਕਰ ਦਿੱਤੇ ਨੇ। ਵੀ ਗੁਰੂ ਸਾਹਿਬ ਦੇ ਬਾਣੀ ਦੇ ਵਿੱਚ ਇੰਨੀ ਸ਼ਕਤੀ ਹੈ ਵੀ ਮ੍ਰਿਤਕ ਕੋ ਜਿਵਾਲਣਹਾਰ, ਵੀ ਜੇ ਗੁਰੂ ਸਾਹਿਬ ਨੇ ਮਰੇ ਹੋਏ ਨੂੰ ਜਿੰਦਾ ਕਰ ਸਕਦੇ ਨੇ ਨਾ, ਤੇ ਇਹਦਾ ਮਤਲਬ ਕਿ ਗੁਰੂ ਸਾਹਿਬ ਜੀ ਨਾ ਇੱਕ ਉਹਨਾਂ ਵਾਸਤੇ ਨਾ ਮਰੀਜ਼ ਨੂੰ ਠੀਕ ਕਰਨਾ ਤਾਂ ਇੱਕ ਛੋਟੀ ਜਿਹੀ ਗੱਲ ਹੈ। ਵੀ ਗੁਰੂ ਸਾਹਿਬ ਨੇ ਮਤਲਬ ਕਿ ਹਰ ਇੱਕ ਥਾਂ 'ਤੇ ਨਾ ਆਪਣੀ ਰੱਖਿਆ ਕਰਦੇ ਨੇ, ਮਤਲਬ ਕਿ ਭਰੋਸਾ ਰੱਖਣਾ ਚਾਹੀਦਾ ਭਾਈ ਸਾਹਿਬ।
ਇਸ ਭੈਣ ਦਾ ਇੰਨਾ ਕੁ ਜਜ਼ਬਾ ਵਾ, ਇੰਨਾ ਕੁ ਕਹਿ ਸਕਦੇ ਹਾਂ ਗੁਰੂ ਸਾਹਿਬ 'ਤੇ ਵਿਸ਼ਵਾਸ ਆ। ਨਹੀਂ ਤਾਂ ਅਸੀਂ ਦੇਖਿਆ ਵੀ ਬੜੇ ਲੋਕ ਨੇ ਜਦੋਂ ਗਰੀਬੀ ਆਉਂਦੀ ਹੈ, ਬਿਮਾਰੀ ਆਉਂਦੀ ਆ, ਤਾਂ ਉਹ ਆਪਣਾ ਜਿਹੜਾ ਉਹ ਲੋਕ ਧਰਮ ਪਰਿਵਰਤਨ ਕਰ ਲੈਂਦੇ ਨੇ। ਸ਼ਾਇਦ ਸੋਚਦੇ ਨੇ ਵੀ ਸ਼ਾਇਦ ਸਾਡੇ ਦੂਸਰੇ ਧਰਮ 'ਚ ਜਾ ਕੇ ਸਾਡੀ ਗਰੀਬੀ ਦੂਰ ਹੋ ਜੂਗੀ, ਸਾਡੀ ਬਿਮਾਰੀ ਦੂਰ ਹੋ ਜੂਗੀ। ਪਰ ਐਸ ਜਿਹੜੇ ਗੁਰਸਿੱਖ ਜਿਹੜੇ ਗੁਰੂ ਦੇ ਸਿੰਘ ਨੇ ਤੇ ਜਿਹੜੀ ਸਿੰਘਣੀ ਸਾਡੇ ਕੋਲ ਬੈਠੀ ਆ, ਇੰਨਾ ਵਿਸ਼ਵਾਸ, ਇੰਨਾ ਤਾਂ ਵਿਸ਼ਵਾਸ ਕਹਿ ਸਕਦੇ ਗੁਰੂ ਰਾਮਦਾਸ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ। ਇਹਨਾਂ ਦਾ ਇਹੋ ਬਾਰ-ਬਾਰ ਕਹਿਣਾ ਵੀ ਜਿੰਨੀ ਮਰਜ਼ੀ ਗਰੀਬੀ ਹੋਵੇ, ਸਾਡੀ ਜਿਹੜੀ ਗਰੀਬੀ ਆ ਗੁਰੂ ਰਾਮਦਾਸ ਆਪੇ ਦੂਰ ਕਰੇਗਾ। ਤੇ ਭੈਣ ਜੀ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਨੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ 'ਚ, ਕੀ ਇਹਨਾਂ ਨੂੰ NRI ਵੀਰਾਂ ਨੂੰ ਕੀ ਸੁਨੇਹਾ, ਕੀ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਕਿਸ ਤਰ੍ਹਾਂ ਦੀ ਮਦਦ ਕਰਨ? ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਇਹ ਕਹਿਣਾ ਚਾਹਾਂ ਵੀ ਮਤਲਬ ਕਿ ਜਿਨ੍ਹਾਂ ਵੀਰਾਂ ਨੇ ਸਾਡੀ ਹੈਲਪ ਕਰਨੀ ਹੈ, ਸਾਡੀ ਮਾਇਆ ਦੀ ਹੈਲਪ ਕਰਨ ਤੋਂ ਪਹਿਲਾਂ ਉਹ ਸਾਡੇ ਬੱਚੇ ਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਨਾ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਕਰਨ ਵੀ ਗੁਰੂ ਸਾਹਿਬ ਇਸ ਬੱਚੇ ਨੂੰ ਨਾ ਠੀਕ ਕਰ ਦੇਣ, ਵੀ ਉਹ ਹੋਰ ਸੰਗਤਾਂ ਨੂੰ ਵੀ ਪ੍ਰੇਰਨ ਵੀ ਇਸ ਬੱਚੇ ਦੇ ਵਾਸਤੇ ਬਾਣੀ ਪੜ੍ਹਨ, ਕਿਉਂਕਿ ਇੱਕ ਸੰਗਤ ਰੱਬ ਰੂਪ ਹੁੰਦੀ ਹੈ। ਵੀ ਦੇਖੋ ਅਗਰ ਸੰਗਤ ਬਾਣੀ ਪੜ੍ਹ ਕੇ ਅਰਦਾਸ ਕਰ ਦੇਵੇਗੀ ਨਾ ਤੇ ਗੁਰੂ ਸਾਹਿਬ ਜ਼ਰੂਰ ਕਿਰਪਾ ਕਰ ਦੇਣਗੇ। ਤੇ ਗੁਰੂ ਸਾਹਿਬ ਨੇ ਇਹੀ ਕਿਹਾ ਵਾ ਵੀ ਸੰਗਤ ਦੇ ਵਿੱਚ ਪਰਮਾਤਮਾ ਖੁਦ ਹੁੰਦੇ ਨੇ। ਤੇ ਦੂਸਰੇ ਨੰਬਰ 'ਤੇ ਮੈਂ ਇਹ ਕਹਾਂਗੀ ਅਗਰ ਗੁਰੂ ਸਾਹਿਬ ਦੇ ਸੰਗਤ ਨੇ ਸਾਡੀ ਸੇਵਾ ਕਰਨੀ ਆ, ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ। ਆਪਣਾ ਮੋਬਾਈਲ ਨੰਬਰ? ਹਾਂਜੀ, ਸਾਡਾ ਮੋਬਾਈਲ ਨੰਬਰ ਹੈਗਾ 62842 23375, 62842 23375। ਇਹ ਸਾਡਾ ਕੰਟੈਕਟ ਨੰਬਰ ਹੈ। ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਜਿਹੜੇ ਕਿ ਕੱਥੂ ਨੰਗਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਕੱਥੂ ਨੰਗਲ ਪਿੰਡ ਆ, ਜਿੱਥੋਂ ਦਾ ਕਿ ਪਾਠੀ ਸਿੰਘ ਤੇ ਪਾਠੀ ਸਿੰਘ ਦਾ ਜਿਹੜਾ ਪਰਿਵਾਰ ਆ, ਅਤਾਹ ਦੀ ਕਹਿ ਸਕਦੇ ਗਰੀਬੀ ਆ, ਪਰ ਫਿਰ ਵੀ ਇੰਨਾ ਵਿਸ਼ਵਾਸ, ਇੰਨਾ ਥਾਂ ਗੁਰੂ ਤੇ ਵਿਸ਼ਵਾਸ, ਗੁਰੂ ਰਾਮਦਾਸ ਤੇ ਕਹਿ ਸਕਦੇ ਕਿਸੇ ਗਰੀਬੀ ਦੇ ਨਾਲ ਬਿਮਾਰੀ ਵੀ ਘਰ 'ਚ ਹੈਗੀ ਆ, ਕਿਉਂਕਿ ਇਕੱਲੀ ਇੱਕ ਬੇਟੀ ਆ ਜਿਹੜੀ ਕਿ ਇੰਨੀ ਬਿਮਾਰੀ ਦੇ ਨਾਲ ਜੂਝ ਰਹੀ ਆ। ਪਰ ਫਿਰ ਵੀ ਕਿਤੇ ਵਿਸ਼ਵਾਸ ਇਹਨਾਂ ਗੁਰੂ ਸਾਹਿਬ ਤੇ, ਉਹਨਾਂ ਨੇ ਕਿਹਾ ਵੀ ਜਿੰਨੀ ਮਰਜ਼ੀ ਗਰੀਬੀ ਹੋਵੇ, ਸਾਡਾ ਵਿਸ਼ਵਾਸ ਜਿਹੜਾ ਤਿਆ ਵਾ, ਸਾਡਾ ਗੁਰੂ ਰਾਮਦਾਸ ਜਿਹੜਾ ਵਾ ਉਹ ਸਾਡੇ 'ਤੇ ਕਿਰਪਾ ਕਰੂਗਾ, ਸਾਡੇ ਤੇ ਪਰਿਵਾਰ 'ਤੇ ਜਿਹੜੇ ਹਾਲਾਤ ਚੰਗੇ ਹੋਣਗੇ। ਇੱਕ ਵਾਰੀ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ, ਸਾਡੀ ਵੀ ਅਪੀਲ ਹੈ ਉਹਨਾਂ ਨੂੰ ਵੀ ਇਸ ਪਰਿਵਾਰ ਦੀ ਜਿਹੜੀ ਆ ਵੱਧ ਤੋਂ ਵੱਧ ਮਦਦ ਕਰਨ, ਕਿਉਂਕਿ ਬਹੁਤ ਲੋੜ ਆ ਤੁਹਾਡੇ ਪੰਜਾਬੀਓ ਇਸ ਪਰਿਵਾਰ ਦੀ ਮਦਦ ਦੀ, ਕਿਉਂਕਿ ਬਹੁਤ ਸਹਾਰਾ ਵਾ ਤੁਹਾਡੇ ਸਾਰੇ ਜਿਹੜੇ ਵੀਰਾਂ, ਜਿਹੜੇ ਸਾਡੇ ਵੀਰ ਇਹਨਾਂ ਬਾਹਰ ਬੈਠੇ ਨੇ। ਇੱਕ ਵਾਰੀ ਸਾਡੇ ਪੰਜਾਬੀ ਲੋਕ ਚੈਨਲ ਵੱਲੋਂ ਵੀ ਅਪੀਲ ਆ ਵੀ ਇਸ ਪਰਿਵਾਰ ਦੀ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਆ ਮਦਦ ਕੀਤੀ ਜਾਵੇ, ਤਾਂ ਜੋ ਕਿ ਇਸ ਪਰਿਵਾਰ ਦੇ ਜਿਹੜੇ ਹਾਲਾਤ ਚੰਗੇ ਹੋ ਸਕਣ। ਅਸੀਂ ਮੋਬਾਈਲ ਨੰਬਰ ਸਾਡਾ ਥੱਲੇ ਫਲੈਸ਼ ਕਰ ਰਹੇ ਹਾਂ, ਇਸ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ ਤੇ ਤਾਂ ਜੋ ਕਿ ਇਸ ਪਰਿਵਾਰ ਦੇ ਹਾਲਾਤ ਚੰਗੇ ਹੋਣ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।